इस वीडियो ਨੂੰ देख रहे सारे व्यूअर्स ਨੂੰ ਮੇਰੇ ਜਾਨੀ ਪ੍ਰਦੀਪ ਸਿੰਘ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। मैं उम्मीद करता हाँ कि तुसी सारे चढ़दी कला च होवोगे। आए दिन मैनू बहुत सारे स्टूडेंट्स मिलते हैं जो किसी ना किसी कंट्री तो रिफ्यूज्ड हैं ते बड़ा दुख होंदा उन्होंने मिल के, क्योंकि बहुत वधिया प्रोफाइल होने के बावजूद भी उन्हों की रिफ्यूजल आ चुकी है। ਅਤੇ ਜਦੋਂ ਰਿਫਿਊਜ਼ਲ ਦੇ ਕਾਰਨਾਂ ਨੂੰ ਆਪਾਂ ਬੜੇ ਧਿਆਨ 'ਚ ਦੇਖਦੇ ਹਨ ਤੇ ਉਸ ਤੋਂ ਵੱਡਾ ਕਾਰਨ ਨਿਕਲਦਾ ਹੈ ਕਿ ਉਹਨਾਂ ਦੇ ਕੰਸਲਟੈਂਟ ਦੀ ਗਲਤੀ ਜਾਂ ਨਲਾਇਕੀ। ਸੋ ਅੱਜ ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ ਉਹ 10 ਮੇਨ ਰੀਜ਼ਨ ਕੀ ਹਨ ਜਿਨ੍ਹਾਂ ਕਰਕੇ ਤੁਹਾਡਾ USA ਦਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਗਰੂਕ ਹੋ ਜਾਓ, ਤੁਸੀਂ ਸਤਰਕ ਹੋ ਜਾਓ। ਜੇ ਤੁਹਾਡਾ ਕੰਸਲਟੈਂਟ ਕੋਈ ਗਲਤੀ ਕਰ ਰਿਹਾ ਹੈ ਤਾਂ ਉਹਨੂੰ ਰੋਕੋ, that this is not the way। ਤੁਸੀਂ ਇਹ ਚੀਜ਼ ਫੋਲੋ ਕਰੋ, ਇਦਾਂ ਕਰੋ ਤਾਂ ਵੀਜ਼ਾ ਆਏਗਾ। ਸੋ ਇਹ ਵੀਡੀਓ ਦੇ ਵਿੱਚ ਮੈਂ ਟੋਟਲ 10 ਇਦਾਂ ਦੇ ਵੱਡੇ ਕਾਰਨ ਡਿਸਕਸ ਕਰਾਂਗਾ ਜਿਹਦੇ ਕਰਕੇ ਤੁਹਾਡੀ US ਦੀ ਰਿਫਿਊਜ਼ਲ ਆ ਸਕਦੀ ਹੈ। ਸੋ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਮੇਨ ਕਾਰਨ ਹੁੰਦਾ ਹੈ your choice of university। ਜੇ ਤੁਹਾਡੀ ਯੂਨੀਵਰਸਿਟੀ ਦੀ ਚੁਆਇਸ ਅੱਛੀ ਨਹੀਂ ਹੈ ਤੇ ਤੁਹਾਡਾ ਰਿਫਿਊਜ਼ਲ ਆਉਣਾ ਆਲਮੋਸਟ ਤੈਅ ਹੈ। ਉਹ ਕਿਸ ਤਰ੍ਹਾਂ? मान लो तुसी +2 चंगे नंबरां नाल पास कीती है, ऑलमोस्ट 60% मार्क्स नाल पास कीती है ते तुहाडा कंसलटेंट तैनूं फिर भी प्राइवेट यूनिवर्सिटी दे रहा, ਉਹ ਇਸ ਕਰਕੇ कि तुसी डुलिंगो नहीं कीती। तो तुसी अपने कंसलटेंट नूं बोलो कि मैं IELTS PT या डुलिंगो कर लांगा, बट आई एम लुकिंग फॉर ओनली पब्लिक यूनिवर्सिटी। क्योंकि पब्लिक ते प्राइवेट दे विच सक्सैस रेट ते थोड़ा फर्क तां जरूर है। एक ਵੱਡਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਯੂਨੀਵਰਸਿਟੀ ਇੰਨੀ ਵਧੀਆ ਨਹੀਂ ਹੈ ਤਾਂ ਤੁਹਾਡੀ ਰਿਫਿਊਜ਼ਲ ਆ ਜਾਂਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਵੀ ਚੂਜ਼ ਕਰਨੀ ਹੈ, ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਦੀ ਬੈਚਲਰਸ 3 ਇਅਰ ਦੀ ਹੁੰਦੀ ਹੈ ਤੇ US ਵਿੱਚ ਆਪਾਂ ਨੂੰ ਪਬਲਿਕ ਯੂਨੀਵਰਸਿਟੀ ਨਹੀਂ ਮਿਲਦੀ, ਕਿਉਂਕਿ US ਦਾ ਜਿਹੜਾ ਕਲਚਰ ਹੈ ਉਹ 4 ਸਾਲ ਦੀ ਬੈਚਲਰਸ ਦਾ ਹੈ। ਸੋ ਉੱਥੇ ਮਾਸਟਰ ਕੋਰਸ ਜਾਣ ਲਈ ਆਪਣੇ ਕੋਲ 4 ਸਾਲ ਦੀ ਬੈਚਲਰ ਤਾਂ ਨਹੀਂ ਹੈ, ਬਟ 3 ਸਾਲ ਦੀ ਬੈਚਲਰ ਹੈ। ਸੋ 3 ਸਾਲ ਦੀ ਬੈਚਲਰ ਦੇ ਨਾਲ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਲੈ ਸਕਦੇ ਹੋ, ਬਟ ਵਿਚ ਪ੍ਰਾਈਵੇਟ ਯੂਨੀਵਰਸਿਟੀ? ਉਹ ਯੂਨੀਵਰਸਿਟੀ ਜਿਹਦਾ ਐਕਸੈਪਟੈਂਸ ਰੇਟ ਘੱਟ ਹੈ। ਐਕਸੈਪਟੈਂਸ ਰੇਟ ਦਾ ਮਤਲਬ ਕੀ ਹੁੰਦਾ ਹੈ ਕਿ ਜੇ 100 ਪ੍ਰੋਫਾਈਲਾਂ ਆਈਆਂ, ਉਹਨਾਂ ਨੇ ਕਿੰਨੀਆਂ ਪ੍ਰੋਫਾਈਲ ਨੂੰ ਐਕਸੈਪਟ ਕੀਤਾ। ਸੋ 100 ਵਿੱਚੋਂ ਜੇ ਕੋਈ ਯੂਨੀਵਰਸਿਟੀ 30 ਪ੍ਰੋਫਾਈਲਾਂ ਨੂੰ ਹੀ ਐਕਸੈਪਟ ਕਰ ਰਹੀ ਹੈ, ਮਤਲਬ ਉਹਦਾ ਐਕਸੈਪਟੈਂਸ ਰੇਟ ਘੱਟ ਹੈ, ਉਹ ਹਰ ਕਿਸੇ ਨੂੰ ਐਕਸੈਪਟ ਨਹੀਂ ਕਰ ਰਹੀ। ਸੋ ਪ੍ਰਾਈਵੇਟ ਯੂਨੀਵਰਸਿਟੀ ਵੀ ਜੇ ਤੁਸੀਂ ਲੈਣੀ ਹੈ ਤਾਂ ਉਸ ਲੈਵਲ ਦੀ ਲਓ ਜਿਹੜੀ ਤੁਹਾਨੂੰ ਵੀਜ਼ਾ ਦਿਲਵਾ ਸਕੇ। ਸੋ ਇਸ ਤੋਂ ਅੱਗੇ ਗੱਲ ਕਰੀਏ, ਜਿਹੜਾ ਮੇਨ ਕਾਰਨ ਹੈ 2 ਨੰਬਰ ਵਾਲਾ, ਉਹ ਹੈ ਤੁਹਾਡਾ ਕੋਰਸ। ਜੇ ਤੁਹਾਡਾ ਕੋਰਸ ਰੈਲੀਵੈਂਟ ਨਹੀਂ ਹੈ ਤੇ ਤੁਹਾਡਾ ਰਿਫਿਊਜ਼ਲ ਦਾ ਇਹ ਮੇਨ ਕਾਰਨ ਬਣ ਸਕਦਾ ਹੈ। ਕਈ ਵਾਰ ਕੀ ਹੁੰਦਾ ਹੈ, ਕੰਸਲਟੈਂਟ ਜਿਸ ਬੱਚੇ ਨੇ 10+2 ਕਾਮਰਸ ਕੀਤੀ ਹੈ ਉਹਨੂੰ ਅੱਗੇ IT ਦਾ ਕੋਰਸ ਦੇ ਦਿੰਦਾ ਹੈ, ਜਾਂ ਕਿਸੇ ਬੱਚੇ ਨੇ +2 ਮੈਡੀਕਲ ਚ ਕੀਤੀ ਹੈ ਉਹਨੂੰ ਬਿਜ਼ਨਸ ਦਾ ਕੋਰਸ ਦੇ ਦਿੰਦਾ ਹੈ। ਸੋ ਇਹ ਵਾਲੀਆਂ ਗਲਤੀਆਂ ਤੋਂ ਤੁਸੀਂ ਬਚਣਾ ਹੈ ਤੇ ਜਾਗਰੂਕ ਹੋਣਾ ਹੈ ਕਿ ਕੀ ਉਹ ਕੋਰਸ ਤੁਹਾਡੇ ਲਈ ਰੈਲੀਵੈਂਟ ਹੈ ਕਿ ਨਹੀਂ। ਕਈ ਵਾਰ ਆਪਾਂ ਅੱਗੇ ਮਾਸਟਰ ਡਿਗਰੀ ਜਾ ਰਹੇ ਹੁੰਦੇ ਆ, ਆਪਾਂ ਬੈਚਲਰਸ ਆਫ ਸਾਇੰਸ ਕੀਤੀ ਬਾਇਓਟੈਕਨੋਲੋਜੀ ਤੇ ਕੰਸਲਟੈਂਟ ਤੁਹਾਨੂੰ ਕੀ ਕਰ ਰਿਹਾ, 3-4 ਸਾਲ ਦਾ ਤੁਹਾਡਾ ਬਿਜ਼ਨਸ ਦਾ ਐਕਸਪੀਰੀਅੰਸ ਦਿਖਾ ਕੇ MBA ਦਾ ਕੋਰਸ ਦੇ ਰਿਹਾ ਹੈ। ਵੀਜ਼ਾ ਆਉਣ ਦੇ ਚਾਂਸਸ ਘੱਟ ਹਨ। ਸੋ ਤੁਸੀਂ ਇੱਕ ਚੀਜ਼ ਹਮੇਸ਼ਾ ਹੀ ਧਿਆਨ 'ਚ ਰੱਖਣੀ ਹੈ, ਜਦੋਂ ਵੀ ਤੁਸੀਂ ਆਪਣੀ ਫਾਈਲਿੰਗ ਕਿਤੋਂ ਵੀ ਕਰਵਾਓ ਜਾਂ ਕਿਸੇ ਵੀ ਕੰਸਲਟੈਂਟ ਦਾ US ਦਾ ਵੀਜ਼ਾ ਕਰਵਾਓ, ਤੁਹਾਡੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜੀ ਪ੍ਰੋਫਾਈਲ ਹੈ ਉਹਦੇ ਨਾਲ ਤੁਹਾਡਾ ਕੋਰਸ ਬਿਲਕੁਲ ਰੈਲੀਵੈਂਟ ਹੋਣਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ +2 ਬੱਚੇ ਨੇ ਆਰਟਸ ਕੀਤੀ ਹੈ, ਉਸ ਤੋਂ ਬਾਅਦ ਸਟੂਡੈਂਟ ਨੇ ਕੋਈ ਡਿਪਲੋਮਾ ਕੀਤਾ ਹੈ ਕੰਪਿਊਟਰ ਦਾ 2 ਸਾਲ ਦਾ, ਅਤੇ ਉਸ ਤੋਂ ਬਾਅਦ ਉਹਨੇ 3 ਸਾਲ ਕੰਪਿਊਟਰ ਦਾ ਕੰਮ ਕੀਤਾ ਹੈ। ਸੋ ਐਸੇ ਬੱਚੇ ਨੂੰ ਆਪਾਂ ਅੱਗੇ ਕੰਪਿਊਟਰ ਦਾ ਕੋਰਸ ਦੇ ਸਕਦੇ ਹਾਂ, ਕਿਉਂਕਿ +2 ਆਰਟਸ ਤੋਂ ਬਾਅਦ ਉਹਦਾ ਜਿਹੜਾ ਡਿਪਲੋਮਾ ਐਂਡ ਐਕਸਪੀਰੀਅੰਸ ਉਹ ਉਸ ਕੋਰਸ ਨਾਲ ਰੈਲੀਵੈਂਟ ਹੈ ਜਿਹੜਾ ਕੋਰਸ US ਲਈ ਲੈ ਕੇ ਚੱਲਾ ਹੈ, ਜਿਹਦੇ ਉੱਪਰ ਉਹ ਇੰਟਰਵਿਊ ਦੇਣ ਜਾ ਰਿਹਾ ਹੈ। ਸੋ ਇਹ ਸਮਝਦਾਰੀ ਤੁਹਾਡੇ ਵਿੱਚ ਵੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਜਿਹੜਾ ਕੋਰਸ ਹੈ ਉਹ ਰੈਲੀਵੈਂਟ ਹੈ ਕਿ ਨਹੀਂ ਹੈ। ਸੋ ਇਸ ਤੋਂ ਇਲਾਵਾ ਜਿਹੜਾ ਤੀਸਰਾ ਵੱਡਾ ਕਾਰਨ ਬਣਦਾ ਹੈ ਉਹ ਹੈ ਤੁਹਾਡਾ ਐਕਸਪੀਰੀਅੰਸ। ਕੀ ਤੁਹਾਡਾ ਐਕਸਪੀਰੀਅੰਸ ਰੈਲੀਵੈਂਟ ਹੈ ਕਿ ਨਹੀਂ। ਕਈ ਵਾਰ ਕੀ ਹੁੰਦਾ ਹੈ ਕਿ ਕੰਸਲਟੈਂਟ ਆਪਣੇ ਵੱਲੋਂ ਕੁਝ ਐਕਸਪੀਰੀਅੰਸ ਬਣਾ ਕੇ ਲਗਾ ਦਿੰਦਾ ਹੈ, ਇਦਾਂ ਨਹੀਂ ਕਰਨਾ ਚਾਹੀਦਾ। ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਕਿ ਬਣਾ ਕੇ ਕੁਝ ਵੀ ਨਹੀਂ ਲਗਾਉਣਾ ਚਾਹੀਦਾ, ਹਮੇਸ਼ਾ ਜੈਨੂਇਨ ਚੀਜ਼ ਦਿਖਾਣੀ ਚਾਹੀਦੀ ਹੈ। ਬਟ ਕਈ ਵਾਰ ਜੈਨੂਇਨ ਵਿੱਚ ਕੀ ਹੁੰਦਾ ਹੈ, ਬੱਚੇ ਨੇ +2 ਆਰਟਸ ਕੀਤੀ ਹੈ, ਉਸ ਤੋਂ ਬਾਅਦ ਉਹਨੂੰ ਬੱਚੇ ਨੂੰ ਆਪਾਂ ਕੰਪਿਊਟਰ ਦਾ ਐਕਸਪੀਰੀਅੰਸ ਦਿਖਾਤਾ ਤੇ ਉਸ ਤੋਂ ਬਾਅਦ ਹੌਸਪਿਟੈਲਿਟੀ ਦਾ ਕੋਰਸ ਦਿੱਤਾ। ਦੇਖੋ ਪਹਿਲਾਂ ਤਾਂ +2 ਆਰਟਸ ਹੈ, ਫਿਰ ਕੰਪਿਊਟਰ ਦਾ ਐਕਸਪੀਰੀਅੰਸ ਹੈ, ਫਿਰ ਹੌਸਪਿਟੈਲਿਟੀ ਦਾ ਕੋਰਸ ਹੈ, ਤਿੰਨਾਂ ਵਿੱਚ ਕੋਈ ਰੈਲੀਵੈਂਸੀ ਨਹੀਂ ਹੈ। ਸੋ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਤੁਹਾਡੇ ਅੱਗੇ ਵਾਲੇ ਕੋਰਸ ਦੇ ਨਾਲ ਜਾਂ ਪਿੱਛੇ ਵਾਲੇ ਕੋਰਸ ਦੇ ਨਾਲ ਰੈਲੀਵੈਂਟ ਹੋਣਾ ਚਾਹੀਦਾ ਹੈ। ਤੇ ਕੁਝ ਕੰਸਲਟੈਂਟ ਬੱਚੇ ਨੂੰ ਨਾ ਯੂਨੀਵਰਸਿਟੀਜ਼ ਦੇ ਵਿੱਚ ਐਸੋਸੀਏਟ ਡਿਗਰੀ ਦੇ ਦਿੰਦੇ ਹਨ। ਮੈਨੂੰ ਇਨ ਪਾਸਟ 20-25 ਡੇਜ਼ ਵਿੱਚ ਮੈਂ ਬਹੁਤ ਸਾਰੇ ਰਿਫਿਊਜ਼ਲ ਵਾਲੇ ਬੱਚਿਆਂ ਨੂੰ ਮਿਲਿਆ ਜਿਨ੍ਹਾਂ ਦਾ ਮੈਂ I-20 ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ, ਬਿਕੋਜ਼ ਉਹਨਾਂ ਕੋ ਕਿਸੇ ਕਮਿਊਨਿਟੀ ਕਾਲਜ ਦੀ I-20 ਸੀਗੀ। देखो मैं अपनी जिंदगी च
ਇੰਨੇ ਸਾਲ ਹੋ ਗਏ ਯੂਐਸ ਦਾ ਕੰਮ ਕਰ ਰਹੇ ਹਾਂ, ਮੈਂ ਕਦੀ ਕਮਿਊਨਿਟੀ ਕਾਲਜ ਦਾ ਕੋਈ ਵੀਜ਼ਾ ਨਹੀਂ ਦੇਖਿਆ। ਸੋ ਕਮਿਊਨਿਟੀ ਕਾਲਜ ਦਾ ਜਾਂ ਐਸੋਸੀਏਟ ਡਿਗਰੀ ਦਾ, ਐਸੋਸੀਏਟ ਡਿਗਰੀ ਕੀ ਹੁੰਦੀ ਹੈ, ਯੂਐਸ ਵਿੱਚ ਦੋ ਤਰ੍ਹਾਂ ਦੀ ਡਿਗਰੀਜ਼ ਹੁੰਦੀਆਂ। +2 ਤੋਂ ਬਾਅਦ ਜਾਂ ਤਾਂ ਤੁਸੀਂ ਬੈਚਲਰਸ ਲਈ ਜਾ ਸਕਦੇ ਹੋ ਜਿਹੜੀ 4 ਸਾਲ ਦੀ ਹੋਏਗੀ, ਜਾਂ ਤੁਸੀਂ ਐਸੋਸੀਏਟ ਡਿਗਰੀ ਲਈ ਜਾ ਸਕਦੇ ਹੋ ਜਿਹੜੀ 2 ਸਾਲ ਦੀ ਹੋਏਗੀ। ਦੇਖੋ 2 ਸਾਲ ਦੀ ਡਿਗਰੀ ਵਿੱਚ ਐਮਬੈਸੀ ਤੁਹਾਨੂੰ ਵੀਜ਼ਾ ਬਿਲਕੁਲ ਨਹੀਂ ਦੇਗੀ। ਸੋ ਜੇ ਤੁਸੀਂ ਆਲਰੇਡੀ ਅਪਲਾਈ ਕੀਤਾ ਹੈ, ਤੁਹਾਡੇ ਕੋਲ ਆਲਰੇਡੀ I-20 ਹੈ ਜਿਹੜੀ ਐਸੋਸੀਏਟ ਡਿਗਰੀ ਦੀ ਹੈ, ਤੁਸੀਂ ਅੱਜ ਹੀ ਆਪਣੇ ਕੰਸਲਟੈਂਟ ਨੂੰ ਬੋਲੋ ਵੀ ਮੈਂ ਇਹਦੇ ਉੱਪਰ ਇੰਟਰਵਿਊ ਦੇਣ ਬਿਲਕੁਲ ਨਹੀਂ ਜਾਣਾ, ਤੁਸੀਂ ਮੈਨੂੰ ਬੈਚਲਰਸ ਦੀ ਡਿਗਰੀ ਦੀ I-20 ਦੋ। ਯੂਐਸ ਪਹੁੰਚ ਕੇ ਤੁਸੀਂ ਕੀ ਕਰਨਾ ਉਹ ਤੁਹਾਡੀ ਸਟੋਰੀ ਹੈ। ਉੱਥੇ ਪਹੁੰਚ ਕੇ ਤੁਸੀਂ ਐਡਮਿਸ਼ਨ ਐਸੋਸੀਏਟ ਚ ਲੈ ਸਕਦੇ ਹੋ, ਉੱਥੇ ਜਾ ਕੇ ਤੁਸੀਂ ਕਮਿਊਨਿਟੀ ਕਾਲਜ ਚ ਵੀ ਐਡਮਿਸ਼ਨ ਲੈ ਸਕਦੇ ਹੋ। ਬਹੁਤ ਸਾਰੇ ਬੱਚੇ ਇੱਥੋਂ 4 ਸਾਲ ਦੀ ਡਿਗਰੀ ਲੈ ਕੇ ਜਾਂਦੇ, ਉੱਥੇ ਜਾ ਕੇ ਕਨਵਰਟ ਕਰਵਾ ਲੈਂਦੇ ਹਨ। ਉਹ ਸਾਰੀ ਕਹਾਣੀ ਬਾਅਦ ਦੀ ਹੈ, ਬਟ ਵੀਜ਼ਾ ਲੈਣ ਲਈ ਇਹ ਕੋਈ ਵੱਡਾ ਕਾਰਨ ਨਾ ਬਣ ਜਾਵੇ ਕਿ ਤੁਹਾਡੀ ਐਸੋਸੀਏਟ ਡਿਗਰੀ ਦੀ I-20 ਹੈ। ਇਸ ਗੱਲ ਨੂੰ ਜ਼ਰੂਰ ਧਿਆਨ ਚ ਰੱਖਣਾ। ਸੋ ਇਸ ਤੋਂ ਅੱਗੇ ਗੱਲ ਕਰੀਏ, ਇਸ ਤੋਂ ਅੱਗੇ ਜਿਹੜਾ ਵੱਡਾ ਮੇਨ ਕਾਰਨ ਬਣ ਸਕਦਾ ਉਹ ਹੈਗਾ ਕਿ ਤੁਸੀਂ ਇੱਕ ਹੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਹੈ। ਹੁੰਦਾ ਕੀ ਹੈ ਕਿ ਕੰਸਲਟੈਂਟ ਜਦੋਂ ਤੁਹਾਡੀ ਕਾਉਂਸਲਿੰਗ ਕਰਦਾ ਹੈ ਤੁਹਾਨੂੰ ਬੋਲਦਾ ਹੈ ਕਿ ਤੁਸੀਂ 50-60 ਹਜ਼ਾਰ ਰੁਪਇਆ ਦਿਓ ਕਿਉਂਕਿ ਮੈਂ ਤੁਹਾਡੀ 5 ਜਗ੍ਹਾ ਐਪਲੀਕੇਸ਼ਨ ਕਰਨੀ ਹੈ। ਬਟ ਐਟ ਦੀ ਐਂਡ ਕੀ ਹੁੰਦਾ ਹੈ, ਆਪਣੇ ਪੈਸੇ ਬਚਾਉਣ ਲਈ, ਬਿਕੋਜ਼ ਯੂਐਸ ਦੇ ਵਿੱਚ ਚਾਹੇ ਉਹ ਪਬਲਿਕ ਹੈ ਜਾਂ ਪ੍ਰਾਈਵੇਟ ਯੂਨੀਵਰਸਿਟੀ ਹੈ, ਉਹਦੀ ਕੁਛ ਨਾ ਕੁਛ ਐਪਲੀਕੇਸ਼ਨ ਫੀ ਹੁੰਦੀ ਹੈ ਜੋ ਕਿ $100 ਦੇ ਆਸ-ਪਾਸ ਹੈ। ਸੋ ਜੇ ਕੰਸਲਟੈਂਟ ਤੁਹਾਡੀ ਹਰ ਜਗ੍ਹਾ ਐਪਲੀਕੇਸ਼ਨ ਕਰੇਗਾ ਉਹਦਾ 35 ਤੋਂ 40 ਹਜ਼ਾਰ ਰੁਪਇਆ ਲੱਗਣਾ ਹੀ ਲੱਗਣਾ ਹੈ। ਸੋ ਆਪਣੇ ਪੈਸੇ ਬਚਾਉਣ ਲਈ ਤੁਹਾਡੀ ਇੱਕ ਜਗ੍ਹਾ ਐਪਲੀਕੇਸ਼ਨ ਕਰਦਾ ਹੈ, ਬਟ ਐਟ ਦਾ ਟਾਈਮ ਆਫ ਇੰਟਰਵਿਊ ਦਿਸ ਕੁਐਸਚਨ ਵਿਲ ਬੀ ਆਸਕਡ that how many universities you applied in. So once you say कि I applied at only single university, हो सकता ਤੁਹਾਨੂੰ ਅਗਲਾ ਸਵਾਲ ਪੁੱਛਿਆ ਨਾ ਜਾਵੇ, ਇਸੇ ਹੀ ਸਵਾਲ ਤੇ ਤੁਹਾਨੂੰ ਰਿਫਿਊਜ਼ਲ ਦੇ ਦਿੱਤੀ ਜਾਵੇ। ਸੋ ਤੁਸੀਂ ਇਸ ਗੱਲ ਤੋਂ ਜ਼ਰੂਰ ਬਚਣਾ ਹੈ, ਤੁਸੀਂ ਜਾਗਰੂਕ ਰਹਿਣਾ ਤੇ ਆਪਣੇ ਕੰਸਲਟੈਂਟ ਨੂੰ ਬੋਲਣਾ ਮੈਨੂੰ ਲਿਸਟ ਦੇ, ਕਿਉਂਕਿ ਜੇ 5 ਜਗ੍ਹਾ ਅਪਲਾਈ ਕਰੇਗਾ ਤੇ ਘੱਟੋ ਘੱਟ ਤੁਹਾਨੂੰ 2 I-20 ਤਾਂ ਦੇਗਾ ਨਾ। ਹੁਣ ਤੁਹਾਡੇ ਕੋਲ ਚੁਆਇਸ ਵੀ ਹੋਣੀ ਚਾਹੀਦੀ ਹੈ ਤੁਸੀਂ ਕਿਸ I-20 ਤੇ ਇੰਟਰਵਿਊ ਦੇਣ ਜਾਣਾ ਹੈ। ਸੋ ਘੱਟੋ ਘੱਟ 5 ਜਗ੍ਹਾ ਜ਼ਰੂਰ ਅਪਲਾਈ ਕਰਿਓ ਤੇ ਜਿੰਨੀ I-20 ਇਸ਼ੂ ਹੁੰਦੀਆਂ ਨਾ ਉਹ ਐਮਬੈਸੀ ਨੂੰ ਸਭ ਦਿਖਦਾ ਹੈ ਕਿ ਤੁਹਾਨੂੰ ਕਿੰਨੀਆਂ I-20 ਮਿਲੀਆਂ ਹਨ। ਇਸ ਤੋਂ ਅੱਗੇ ਜਿਹੜਾ ਵੱਡਾ ਕਾਰਨ ਹੋ ਸਕਦਾ ਹੈ ਉਹ ਹੈ ਤੁਹਾਡੀ ਫੇਕ ਡਿਗਰੀ ਜਾਂ ਫੇਕ ਤੁਹਾਡਾ 10+2 ਦਾ ਸਰਟੀਫਿਕੇਟ। ਮੈਂ ਪਿੱਛੇ ਇੱਕ ਸਟੂਡੈਂਟ ਨੂੰ ਮਿਲਿਆ, ਉਹ ਕਹਿੰਦਾ ਜੀ ਮੈਂ +2 ਕੀਤੀ ਨਹੀਂ ਸੀ, ਮੈਨੂੰ ਕੰਸਲਟੈਂਟ ਨੇ ਕਿਹਾ ਯੂਪੀ ਬੋਰਡ ਤੋਂ ਤੂੰ ਆਪਣਾ +2 ਦਾ ਸਰਟੀਫਿਕੇਟ ਬਣਵਾ ਲਾ। ਹੁਣ ਜਿੱਦਾਂ ਕੰਸਲਟੈਂਟ ਕਹੇਗਾ ਬੱਚਾ ਤਾਂ ਭੋਲਾ, ਉਹਨੇ ਉਦਾਂ ਹੀ ਕਰ ਲਿਆ, ਬਟ ਜਦੋਂ ਐਮਬੈਸੀ 'ਚ ਗਿਆ ਉਹਨੇ ਦੇਖਿਆ ਯੂਪੀ ਬੋਰਡ ਦਾ, ਉਹਨੇ ਅਗਲਾ ਕੁਐਸਚਨ ਹੀ ਨਹੀਂ ਪੁੱਛਿਆ। ਸੋ ਇਦਾਂ ਦਾ ਤੁਸੀਂ ਕੋਈ ਵੀ ਕੰਮ ਨਹੀਂ ਕਰਨਾ ਜਿਹਦੇ 'ਚ ਤੁਹਾਡੀ +2 ਫੇਕ ਹੈ ਜਾਂ ਤੁਹਾਡੀ ਡਿਗਰੀ ਫੇਕ ਹੈ। ਜਾਂ ਤੁਸੀਂ ਚੈੱਕ ਕਰੋ ਬੈਨ ਲਿਸਟ ਆਫ ਯੂਨੀਵਰਸਿਟੀਜ਼, ਗੂਗਲ ਤੇ ਚੈੱਕ ਕਰੋ ਯੂਨੀਵਰਸਿਟੀਜ਼ ਬੈਨਡ ਬਾਈ ਯੂਨਾਈਟਿਡ ਸਟੇਟਸ ਆਫ ਅਮਰੀਕਾ और यूनिवर्सिटीज बैंड बाय यूके और ऑस्ट्रेलिया और कैनेडा, ਤੁਹਾਨੂੰ ਲੰਬੀ ਚੌੜੀ ਲਿਸਟ ਦਿਖ ਮਿਲੇਗੀ। ਉਹਦੇ 'ਚ ਚੈੱਕ ਕਰ ਲੈਣਾ ਕਿ ਤੁਹਾਡਾ ਬੋਰਡ ਜਾਂ ਕਿਤੇ ਤੁਹਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਉਸ ਲਿਸਟ ਵਿੱਚ ਤਾਂ ਨਹੀਂ ਆਂਦੀ। ਸੋ ਤੁਸੀਂ ਇਸ ਗੱਲ ਲਈ ਬਿਲਕੁਲ ਜਾਗਰੂਕ ਰਹਿਣਾ ਹੈ। ਸੋ ਇਸ ਤੋਂ ਅੱਗੇ ਜਿਹੜਾ 6 ਨੰਬਰ ਦਾ ਮੇਨ ਕਾਰਨ ਬਣ ਸਕਦਾ ਹੈ ਉਹ ਹੈ ਤੁਹਾਡੀ ਸੇਵਿਸ ਦੀ ਰਸੀਟ। ਦੇਖੋ ਜਿੰਨੇ ਵੀ ਬੱਚੇ ਯੂਐਸ ਸਟੱਡੀ ਕਰਨ ਲਈ ਜਾਂਦੇ ਹਨ ਉਹਨਾਂ ਨੂੰ ਸੇਵਿਸ ਦੀ ਫੀ ਵੀ ਕਰਨੀ ਹੁੰਦੀ ਹੈ। ਸੇਵਿਸ ਇਜ਼ ਵਾਟ ਸਟੂਡੈਂਟਸ ਐਂਡ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ। ਇੱਕ ਅਮਾਉਂਟ ਹੈਗੀ ਆ $350 ਦੀ ਜਿਹੜੀ ਤੁਸੀਂ ਯੂਨਾਈਟਿਡ ਸਟੇਟਸ ਨੂੰ ਪੇ ਕਰਨੀ ਹੁੰਦੀ ਹੈ ਵੀਜ਼ਾ ਇੰਟਰਵਿਊ ਜਾਣ ਤੋਂ ਪਹਿਲਾਂ। ਸੋ ਬਹੁਤ ਸਾਰੇ ਕੰਸਲਟੈਂਟ ਕੀ ਕਰਦੇ ਹੋ ਜਿਹੜੀ ਫੀ ਹੈਗੀ ਆ ਤੁਹਾਡੀ ਸੇਵਿਸ ਵਾਲੀ ਉਹ ਬਹੁਤ ਪਹਿਲਾਂ ਭਰਵਾ ਲੈਂਦੇ ਹਨ। ਸੋ ਕਈ ਵਾਰੀ ਇਹ ਸਾਰੇ ਪ੍ਰੋਸੈਸ ਨੂੰ ਟਾਈਮ ਲੱਗਦਾ ਹੈ, ਤੁਹਾਡੀ I-20 ਲੇਟ ਹੋਈ ਜਾਂ ਇਸ ਤੋਂ ਬਾਅਦ ਤੁਹਾਨੂੰ ਇੰਟਰਵਿਊ ਦੇ ਸਲੋਟ ਨਹੀਂ ਮਿਲੇ, ਕਰਾ ਕੇ 1 ਸਾਲ ਨਿਕਲ ਚੁੱਕਾ ਤੁਹਾਡੀ ਫੀ ਪੇ ਕੀਤੇ ਹੋਏ। ਅਤੇ ਜੇ ਤੁਸੀਂ ਉਸ ਤੋਂ ਬਾਅਦ ਇੰਟਰਵਿਊ ਲਈ ਜਾਂਦੇ ਹੋ ਕਿਉਂਕਿ ਉਸ ਦਿਨ ਤੁਹਾਡੀ ਉਹ ਸੇਵਿਸ ਐਕਸਪਾਇਰ ਹੈ, ਉਹ ਸੇਵਿਸ ਤੁਹਾਡੀ 1 ਸਾਲ ਲਈ ਵੈਲਿਡ ਹੁੰਦੀ ਹੈ ਤੇ ਤੁਹਾਨੂੰ ਰਿਫਿਊਜ਼ਲ ਮਿਲੇਗੀ ਬਿਕੋਜ਼ ਤੁਹਾਡੀ ਸੇਵਿਸ ਹੀ ਵੈਲਿਡ ਨਹੀਂ ਹੈ। ਤੁਸੀਂ ਰਸੀਟ ਜ਼ਰੂਰ ਨਾਲ ਲੈ ਕੇ ਜਦੋਂ ਇੰਟਰਵਿਊ ਲਈ ਜਾ ਰਹੇ ਹੋ ਤੇ ਤੁਹਾਡੀ ਉਹ ਜਿਹੜੀ ਰਸੀਟ ਹੈ ਜਾਂ ਉਹ ਸੇਵਿਸ ਹੈ ਉਹ 1 ਸਾਲ ਪੁਰਾਣੀ ਨਹੀਂ ਹੋਣੀ ਚਾਹੀਦੀ। ਸੋ ਇਸ ਗੱਲ ਲਈ ਤੁਸੀਂ ਜ਼ਰੂਰ ਜਾਗਰੂਕ ਰਹਿਣਾ ਹੈ। ਅਤੇ ਇਸ ਤੋਂ ਇਲਾਵਾ ਤੁਹਾਡਾ ਜੇ DS-160 ਫਾਰਮ ਹੈ ਉਹ ਤੁਸੀਂ ਨਾਲ ਬੈਠ ਕੇ ਫਿਲ ਕਰਨਾ ਹੈ। ਬਹੁਤ ਸਾਰੇ ਕੰਸਲਟੈਂਟ ਕੀ ਕਰਦੇ ਹਨ ਕਿ ਬੱਚੇ ਨੂੰ ਕਹਿੰਦੇ ਜੀ ਮੈਂ ਆਪੇ ਫਿਲ ਕਰਕੇ ਪਾ ਦਾਂਗਾ। ਦੇਖੋ ਮੈਕਸਿਮਮ ਜਿਹੜੀ ਕੁਐਸਚਨਿੰਗ ਹੁੰਦੀ ਆ ਉਹ DS-160 ਫਾਰਮ ਤੋਂ ਹੀ ਹੁੰਦੀ ਹੈ। ਉਸ ਫਾਰਮ 'ਚ ਇੱਕ ਚੀਜ਼ ਮੈਂਸ਼ਨ ਕੀਤੀਆਂ ਨੇ ਤੁਹਾਡੇ ਐਕੈਡੈਮਿਕਸ ਤੋਂ ਲੈ ਕੇ ਤੁਹਾਡਾ ਐਕਸਪੀਰੀਅੰਸ, ਤੁਹਾਡੀ ਜੌਬ, ਤੁਹਾਡੀ ਡਿਗਰੀ ਜਾਂ ਇਸ ਤੋਂ ਇਲਾਵਾ ਤੁਹਾਡਾ ਫੈਮਿਲੀ ਬੈਕਗਰਾਉਂਡ ਜਾਂ ਇਸ ਤੋਂ ਇਲਾਵਾ ਤੁਸੀਂ ਕਿੱਥੇ ਕਿੰਨਾ ਟਾਈਮ ਕੰਮ ਕੀਤਾ ਹੈ, ਇੱਕ ਚੀਜ਼ ਉੱਥੇ ਮੈਂਸ਼ਨ ਕੀਤੀ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਇਹ ਵੀ ਮੈਂਸ਼ਨ ਕੀਤਾ ਜਾਂਦਾ ਕਿ ਤੁਸੀਂ ਕਦੀ ਪਹਿਲਾਂ ਕਿਸੇ ਹੋਰ ਕੰਟਰੀ ਵਿਜ਼ਿਟ ਕੀਤਾ ਹੈ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ਡ ਹੋ, ਜਾਂ ਇਹ ਵੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਪਹਿਲਾਂ ਕਦੀ US ਲਈ ਅਪਲਾਈ ਕੀਤਾ ਹੈ। ਸੋ ਜੇ ਇਦਾਂ ਦਾ ਕੁਛ ਹੈਗਾ ਤਾਂ ਤੁਸੀਂ ਬਿਲਕੁਲ ਟਰੂ ਦੱਸਣਾ ਹੈ, ਉੱਥੇ ਤੁਹਾਨੂੰ ਝੂਠ ਬੋਲਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਸਭ ਪਤਾ ਹੈ।
ਸੋ ਤੁਸੀਂ DS 160 ਬਹੁਤ ਹੀ ਧਿਆਨ ਨਾਲ ਫਿਲ ਕਰਨਾ। ਇਸ ਤੋਂ ਇਲਾਵਾ ਜਿਹੜਾ ਅੱਗੇ 8 ਨੰਬਰ ਦਾ ਮੇਨ ਕਾਰਨ ਬਣਦਾ ਹੈ ਰਿਫਿਊਜ਼ਲ ਦਾ, that is your interview preparation which is weak। ਜੇ ਤੁਹਾਡੇ ਕੰਸਲਟੈਂਟ ਨੇ ਤੁਹਾਡੀ ਤਿਆਰੀ ਵਧੀਆ ਲੈਵਲ ਦੀ ਨਹੀਂ ਕਰਾਈ, ਤਗੜੇ ਲੈਵਲ ਦੀ ਤਿਆਰੀ ਨਹੀਂ ਕਰਾਈ, ਜਾਂ ਇਹੋ ਜੀ ਗਾਰੰਟੀ ਨਹੀਂ ਦਿੱਤੀ ਜਿੱਦਾਂ ਦੀ IBT ਦਿੰਦਾ ਹੈ ਵੀ ਜੋ ਪੁੱਛਿਆ ਜਾਏਗਾ ਉਹਦੀ ਗਾਰੰਟੀ ਹੋਏਗੀ ਤੈਨੂੰ ਆਂਦਾ ਹੋਏਗਾ, ਸੋ ਤੋਂ ਤੁਹਾਡੀ ਰਿਫਿਊਜ਼ਲ ਆ ਸਕਦੀ ਹੈ। ਕਿਉਂਕਿ ਇਹ ਜਿਹੜੀ ਇੰਟਰਵਿਊ ਪ੍ਰੈਪਰੇਸ਼ਨ ਹੈ, ਇਟਸ ਅ ਵੈਰੀ ਸੀਰੀਅਸ ਟਾਸਕ। ਹੁਣ ਅਸੀਂ ਤੁਹਾਡੀ ਤਿਆਰੀ ਕਿੱਦਾਂ ਕਰਵਾਉਂਦੇ ਹਾਂ? ਤੁਹਾਨੂੰ ਹਰ ਇੱਕ ਉਹ ਕੁਐਸਚਨ ਰਟਾਵਾਂਗੇ। ਪੂਰੇ 1 ਮਹੀਨੇ ਦੀ ਤੁਹਾਡੀ IBT ਚ ਇੰਟਰਵਿਊ ਪ੍ਰੈਪਰੇਸ਼ਨ ਦੀ ਕਲਾਸ ਹੋਏਗੀ। ਸਾਡੇ ਕੋ IBT ਦੇ ਵਿੱਚ US ਐਮਬੈਸੀ ਬਣੀ ਹੋਈ ਹੈ, ਉਹਨੂੰ ਅਸੀਂ ਕਹਿੰਦੇ US ਐਮਬੈਸੀ ਇੰਟਰਵਿਊ ਪ੍ਰੈਪਰੇਸ਼ਨ, ਜਿਹਦੇ ਵਿੱਚ ਐਗਜ਼ੈਕਟ ਤੁਹਾਨੂੰ ਉਹੀ ਇਨਵਾਇਰਨਮੈਂਟ ਦਵਾਂਗੇ, ਐਗਜ਼ੈਕਟ ਉਹੀ ਫੀਲ ਦਵਾਂਗੇ। ਐਕਚੁਅਲ ਚ ਸਟੂਡੈਂਟ ਪ੍ਰੋਬਲਮ ਕਿੱਥੇ ਆਂਦੀ ਹੈ? ਪ੍ਰੋਬਲਮ ਇੱਥੇ ਆਂਦੀ ਹੈ ਜਦੋਂ ਮੰਨ ਲਓ ਤੁਸੀਂ ਪਹਿਲਾਂ ਕਦੀ ਉਦਾਂ ਦਾ ਮਾਹੌਲ ਨਾ ਦੇਖਿਆ ਹੋਵੇ, ਤੁਸੀਂ ਪਹਿਲੀ ਵਾਰ ਐਮਬੈਸੀ ਗਏ, ਬਹੁਤ ਸਾਰਾ ਰਸ਼ ਦੇਖਦੇ ਹੋ, ਫਿਰ ਇਸ ਤੋਂ ਇਲਾਵਾ ਤੁਸੀਂ ਕਿਊ ਦੇਖਦੇ ਹੋ, ਇਸ ਤੋਂ ਇਲਾਵਾ ਤੁਸੀਂ ਗਲਾਸ ਕੈਬਿਨ ਦੇਖਦੇ ਹੋ, ਵੀਜ਼ਾ ਆਫੀਸਰ ਇੰਗਲਿਸ਼ ਕੁਐਸਚਨ ਪੁੱਛਦਾ ਹੈ, ਐਕਸੈਂਟ ਵੀ ਉਹਨਾਂ ਦਾ ਇੰਗਲਿਸ਼ ਜਾਂ ਅਮਰੀਕਨ ਹੁੰਦਾ ਹੈ, ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ। ਬਟ ਅਗਰ ਇਦਾਂ ਦੀ ਚੀਜ਼ ਤੁਸੀਂ ਪੂਰਾ 1 ਮਹੀਨਾ IBT ਵਿੱਚ ਐਕਸਪੀਰੀਅੰਸ ਕੀਤੀ ਹੋਵੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੀ ਪ੍ਰੈਪਰੇਸ਼ਨ IBT ਕਿਸ ਲੈਵਲ ਦੀ ਕਰਵਾਏਗਾ। ਸੋ ਮੈਕਸਿਮਮ ਜਿਹੜੇ ਸਾਡੇ ਕੋਲ ਸਟੂਡੈਂਟ ਆਉਂਦੇ ਹਨ ਉਹਨਾਂ ਦੀ ਤਿਆਰੀ ਬਹੁਤ ਵਧੀਆ ਲੈਵਲ ਦੀ ਹੁੰਦੀ ਹੈ। ਇਸੇ ਕਰਕੇ ਸਾਡਾ ਜਿਹੜਾ ਸਕਸੈਸ ਰੇਟ ਸਭ ਤੋਂ ਵਧੀਆ ਹੈ US ਸਟੱਡੀ ਵੀਜ਼ਾ ਦੇ ਵਿੱਚ। ਸੋ ਇਸ ਤੋਂ ਅੱਗੇ ਜਿਹੜਾ ਮੇਨ ਕਾਰਨ ਬਣ ਸਕਦਾ ਹੈ ਉਹ ਹੋ ਸਕਦਾ ਹੈ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ। US ਵੀਜ਼ਾ ਲੈਣ ਲਈ ਤੁਹਾਡਾ ਪਾਸਪੋਰਟ ਘੱਟੋ ਘੱਟ 6 ਮਹੀਨੇ ਦੀ ਵੈਲਿਡਿਟੀ ਦਾ ਹੋਣਾ ਚਾਹੀਦਾ ਹੈ। ਤੁਸੀਂ ਇਹ ਚੀਜ਼ ਆਪਣੇ ਪਾਸਪੋਰਟ ਤੇ ਚੈੱਕ ਕਰਨਾ, ਉੱਤੇ ਮੰਥ ਐਂਡ ਈਅਰ ਮੈਂਸ਼ਨ ਹੁੰਦਾ ਹੈ। ਤੁਸੀਂ ਇਹ ਦੇਖਣਾ ਕਿ ਜੇ ਪਾਸਪੋਰਟ ਦੀ 6 ਮਹੀਨੇ ਦੀ ਵੈਲਿਡਿਟੀ ਹੈਗੀ ਹੈ ਤਾਂ ਹੀ ਇੰਟਰਵਿਊ ਦੇਣ ਜਾਓ, ਨਹੀਂ ਤਾਂ ਉਹਨੂੰ ਦੁਬਾਰਾ ਬਣਵਾ ਲਓ। ਬਟ ਕਈ ਸਟੂਡੈਂਟ ਇਹ ਪੁੱਛਦੇ ਹਨ ਕਿ ਸਰ ਮੇਰਾ ਪਾਸਪੋਰਟ 2 ਸਾਲ ਹੀ ਵੈਲਿਡ ਹੈ, ਕੀ ਮੈਨੂੰ 2 ਸਾਲ ਦਾ ਵੀਜ਼ਾ ਮਿਲੇਗਾ? ਇਹ ਬਿਲਕੁਲ ਇਦਾਂ ਨਹੀਂ ਹੈ। ਦੇਖੋ ਤੁਹਾਨੂੰ ਵੀਜ਼ਾ 5 ਸਾਲ ਦਾ ਹੀ ਮਿਲੇਗਾ, ਬਟ 2 ਸਾਲ ਬਾਅਦ ਜਦੋਂ ਤੁਸੀਂ US ਚਲੇ ਜਾਓਗੇ, ਉੱਥੋਂ ਤੁਸੀਂ ਇੰਡੀਅਨ ਐਮਬੈਸੀ ਤੋਂ ਨਵਾਂ ਪਾਸਪੋਰਟ ਬਣਾਉਣਾ, ਤੇ ਉਸ ਕੇਸ 'ਚ ਤੁਹਾਨੂੰ 2 ਪਾਸਪੋਰਟ ਕੈਰੀ ਕਰਨੇ ਪਊਗੇ। ਇੱਕ ਉਹ ਪਾਸਪੋਰਟ ਜਿਹਦੇ ਤੇ ਵੀਜ਼ਾ ਲੱਗਾ ਹੋਇਆ ਹੈ ਤੇ ਇੱਕ ਉਹ ਪਾਸਪੋਰਟ ਜਿਹੜਾ ਤੁਸੀਂ ਨਵਾਂ ਬਣਾਇਆ ਹੈ। ਸੋ 2 ਪਾਸਪੋਰਟ ਤੁਹਾਨੂੰ ਹਮੇਸ਼ਾ ਰੱਖਣਾ ਪੈਣਗੇ। ਪਰ ਇੱਕ ਗੱਲ ਜ਼ਰੂਰ ਧਿਆਨ ਰੱਖਣਾ ਕਿ ਤੁਹਾਡਾ ਪਾਸਪੋਰਟ ਵੈਲਿਡ ਹੋਣਾ ਚਾਹੀਦਾ ਹੈ ਘੱਟੋ ਘੱਟ 6 ਮਹੀਨੇ ਲਈ। ਤੇ ਲਾਸਟ ਤੇ 10ਵਾਂ ਕਾਰਨ ਆਪਣਾ ਰਿਫਿਊਜ਼ਲ ਦਾ ਬਣਦਾ ਹੈ ਤੁਹਾਡੇ ਫੰਡਸ, ਜਾਂ ਦੂਜੇ ਸ਼ਬਦਾਂ 'ਚ ਕਹਾਂਗਾ ਇਨਸਫੀਸ਼ੀਐਂਟ ਫੰਡ। ਬਹੁਤ ਸਾਰੇ ਕੰਸਲਟੈਂਟ ਜਿਹੜੇ US ਦਾ ਨਵਾਂ ਕੰਮ ਸਟਾਰਟ ਕਰਦੇ ਹਨ ਉਹ ਤੁਹਾਡੇ ਆਪਣੇ ਫੰਡਸ ਦਿਖਾ ਦਿੰਦੇ ਹਨ, ਤੇ ਜਦੋਂ ਵੀਜ਼ਾ ਇੰਟਰਵਿਊ ਵਿੱਚ ਵੀਜ਼ਾ ਆਫੀਸਰ ਪੁੱਛੇਗਾ who is going to sponsor your studies and you would say that I am going to sponsor my studies, ਸੋ ਇੱਥੇ ਹੀ ਰਿਫਿਊਜ਼ਲ ਆ ਜਾਏਗੀ, ਕਿਉਂਕਿ ਤੁਸੀਂ ਪੜੋਗੇ ਕਿ ਆਪਣੀ ਪੜ੍ਹਾਈ ਦਾ ਖਰਚਾ ਦਵੋਗੇ। ਸੋ ਇਦਾਂ ਦੀ ਗੱਲ ਤੋਂ ਤੁਸੀਂ ਜਾਗਰੂਕ ਰਹਿਣਾ ਹੈ ਕਿ ਤੁਹਾਡੀ ਜਿਹੜੀ ਸਟੱਡੀ ਸਪਾਂਸਰ ਕਰੇ ਉਹ ਕੋਈ ਇਦਾਂ ਦਾ ਬੰਦਾ ਕਰੇ ਜਿਹੜਾ ਕਮਾਊ ਹੋਵੇ, ਐਂਡ ਉਹ ਮੋਸਟਲੀ ਤੁਹਾਡੇ ਪੇਰੈਂਟਸ ਹੁੰਦੇ ਹਨ, ਤੁਹਾਡੇ ਮਦਰ, ਤੁਹਾਡਾ ਫਾਦਰ ਜਾਂ ਤੁਹਾਡਾ ਵੱਡਾ ਭਰਾ ਜਿਹੜਾ ਕਿਸੇ ਵਧੀਆ ਕੰਪਨੀ ਵਿੱਚ ਅੱਛੇ ਪੇ ਸਕੇਲ ਤੇ ਕੰਮ ਕਰ ਰਿਹਾ ਜਾਂ ਜੌਬ ਕਰ ਰਿਹਾ ਹੈ। ਮੇਰੇ ਕੋਲ ਇੱਕ ਰੀਸੈਂਟ ਕੇਸ ਆਂਦਾ ਹੈ ਕਿਸੇ ਹੋਰ ਕੰਸਲਟੈਂਟ ਦਾ, ਜਿਸ ਬੱਚੇ ਦੀ ਰਿਫਿਊਜ਼ਲ ਆ ਚੁੱਕੀ ਸੀ। ਉਹਨਾਂ ਨੇ ਦਿਖਾਤਾ ਵੀ ਸਟੱਡੀ ਸਪਾਂਸਰ ਕਰ ਰਿਹਾ ਮੁੰਡੇ ਦਾ ਭਰਾ, ਉਹਦਾ ਬ੍ਰਦਰ, ਐਂਡ ਬ੍ਰਦਰ ਕੀ ਕਰ ਰਿਹਾ, ਉਹ ਆਸਟ੍ਰੇਲੀਆ ਵਿੱਚ ਸਟੱਡੀ ਕਰ ਰਿਹਾ। ਹੁਣ ਉਹ ਜਿਹੜਾ ਭਰਾ ਆਸਟ੍ਰੇਲੀਆ ਵਿੱਚ ਸਟੱਡੀ ਕਰਕੇ ਆਪਣਾ ਖਰਚਾ ਚੁੱਕੇਗਾ ਕਿ ਤੁਹਾਡਾ US ਦੀ ਸਟੱਡੀ ਦਾ ਖਰਚਾ ਚੱਕੇਗਾ? ਸੋ ਇਸ ਚੀਜ਼ ਨੂੰ ਬਿਲਕੁਲ ਤੁਸੀਂ ਇਸ ਚੀਜ਼ ਤੋਂ ਜਾਗਰੂਕ ਰਹਿਣਾ ਹੈ ਕਿ ਤੁਹਾਡੇ ਜਿਹੜੇ ਫੰਡਸ ਹੈ ਸਫੀਸ਼ੀਐਂਟ ਹੋਣੇ ਚਾਹੀਦੇ ਹੈ। ਅਤੇ ਇਸ ਤੋਂ ਇਲਾਵਾ ਜੇ ਤੁਹਾਡੀ I-20 ਤੇ $25,000 ਲਿਖਿਆ, ਤੁਸੀਂ ਘੱਟੋ ਘੱਟ $32,000 ਸ਼ੋ ਕਰੋ, ਨਾ ਕਿ ਬਿਲਕੁਲ ਨੈਕ ਟੂ ਨੈਕ ਕੰਮ ਨਹੀਂ ਕਰਨਾ। ਜੇ $25,000 ਹੈ ਤਾਂ $25,000 ਦੇ ਹਿਸਾਬ ਨਾਲ ਮੈਂ 18 ਤੋਂ 20 ਲੱਖ ਰੁਪਏ ਦਿਖਾ ਦਾਂ, 100% ਤੁਹਾਡੀ ਰਿਫਿਊਜ਼ਲ ਆਏਗੀ। ਤੁਸੀਂ ਜਿਹੜੇ ਪੈਸੇ ਸ਼ੋ ਕਰਨੇ ਆ ਉਹ ਤੁਹਾਡੀ ਫੀ ਤੋਂ ਘੱਟੋ ਘੱਟ 5 ਤੋਂ 7 ਲੱਖ ਜ਼ਿਆਦਾ ਹੋਣੇ ਚਾਹੀਦੇ ਆ। ਸੋ ਇਹ ਵਾਲੇ ਜਿਹੜੇ ਫੰਡਸ ਤੁਸੀਂ 2 ਵਾਰੀ ਸ਼ੋ ਕਰਨੇ ਹੁੰਦੇ ਹਨ। ਇੱਕ ਉਹ ਜਦੋਂ ਤੁਸੀਂ ਵੀਜ਼ਾ ਲਈ ਐਪਲੀਕੇਸ਼ਨ ਕਰਨੀ ਹੈ, ਤੇ ਇੱਕ ਉਸ ਟਾਈਮ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਹੈ। ਤੁਹਾਨੂੰ ਐਮਬੈਸੀ ਪੁੱਛ ਸਕਦੀ ਹੈ ਕਿ ਤੁਸੀਂ ਆਪਣੀ ਫੰਡ ਸਟੇਟਮੈਂਟ ਜਾਂ ਫਾਈਨੈਂਸ਼ੀਅਲ ਸਟੇਟਮੈਂਟ ਦਿਖਾਓ। ਸੋ ਤੁਹਾਡੇ ਕੋਲ ਸਟੇਟਮੈਂਟ ਤੇ ਇਸ ਤੋਂ ਇਲਾਵਾ ਬੈਲੈਂਸ ਸਰਟੀਫਿਕੇਟ ਹੋਣਾ ਚਾਹੀਦਾ ਹੈ, ਤੇ ਮੋਸਟ ਇੰਪੋਰਟੈਂਟਲੀ ਉਹ ਕੌਨਫੀਡੈਂਸ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਵੀਜ਼ਾ ਦਿਲਵਾ ਸਕੇ। ਮੈਂ ਮੋਸਟ ਆਫ ਦੀ ਕੇਸਸ ਇਹ ਦੇਖਦਾ, ਬੱਚੇ ਤਿਆਰੀ ਪੂਰੀ ਕਰਕੇ ਜਾਂਦੇ ਹਨ ਬਟ ਉੱਥੇ ਜਾ ਕੇ ਨਰਵਸ ਹੋ ਜਾਂਦੇ ਹਨ, ਜਾਂ ਉੱਥੇ ਜਾ ਕੇ ਕੌਨਫੀਡੈਂਸ ਲੂਜ਼ ਹੋ ਜਾਂਦਾ ਹੈ। ਉਹ ਉਹਨਾਂ ਦੀ ਪਰਸਨੈਲਿਟੀ ਨਹੀਂ ਸ਼ੋ ਹੁੰਦੀ ਜਿਹੜੀ ਐਗਜ਼ੈਕਟ ਹੁੰਦੀ ਹੈ। ਉਹਦਾ ਰੀਜ਼ਨ ਕੀ ਹੁੰਦਾ ਹੈ ਕਿ ਤੁਹਾਡੇ ਕੰਸਲਟੈਂਟ ਨੇ ਤੁਹਾਡੀ ਤਿਆਰੀ ਵਧੀਆ ਨਹੀਂ ਕਰਾਈ। ਸੋ IBT ਤੁਹਾਨੂੰ ਐਗਜ਼ੈਕਟਲੀ ਸੇਮ ਮਾਹੌਲ ਦੇਵੇਗਾ ਜੋ ਤੁਹਾਨੂੰ ਐਮਬੈਸੀ 'ਚ ਮਿਲਣ ਵਾਲਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਕੰਟਰੀ ਤੋਂ ਰਿਫਿਊਜ਼ਡ ਹੋ ਜਾਂ USA ਤੋਂ ਹੀ ਰਿਫਿਊਜ਼ਡ ਹੋ ਅਤੇ ਤੁਹਾਡੀ ਪ੍ਰੋਫਾਈਲ ਚੰਗੀ ਹੈ, ਨੰਬਰ ਤੁਹਾਡੇ ਵਧੀਆ ਹਨ, IELTS PT Duolingo ਕੀਤਾ ਹੈ,
ਤੇ ਮੈਨੂੰ ਆ ਕੇ ਜ਼ਰੂਰ ਇੱਕ ਵਾਰੀ ਜਲੰਧਰ ਮਿਲੋ। ਹੋ ਸਕਦਾ ਹੈ ਤੁਹਾਡਾ ਵੀਜ਼ਾ IBT ਓਵਰਸੀਜ਼ ਤੋਂ ਹੀ ਲੱਗਣਾ ਹੋਵੇ, ਹੋ ਸਕਦਾ ਕਿ ਤੁਹਾਡੇ ਕੰਸਲਟੈਂਟ ਨੇ ਕੋਈ ਸਿਲੀ ਮਿਸਟੇਕ ਕੀਤੀ ਹੋਵੇ ਜਿਹਦੇ ਕਰਕੇ ਤੁਹਾਡਾ ਰਿਫਿਊਜ਼ਲ ਆਇਆ ਹੋਵੇ। ਸੋ ਇੱਕ ਵਾਰੀ ਜ਼ਰੂਰ ਸਾਡੀ ਟੀਮ ਨੂੰ ਮਿਲੇ। ਇਸ ਤੋਂ ਇਲਾਵਾ ਤੁਸੀਂ ਸਾਡੇ ਅੰਮ੍ਰਿਤਸਰ ਆਫਿਸ ਜਾ ਸਕਦੇ ਹੋ, ਚੰਡੀਗੜ੍ਹ ਆਫਿਸ ਜਾਂ ਜਲੰਧਰ ਆਫਿਸ ਜਾ ਸਕਦੇ ਹੋ। ਬਹੁਤ ਹੀ ਕੁਆਲੀਫਾਈਡ ਸਟਾਫ ਹੈ ਜਿਹੜਾ ਅਸੀਂ ਰੱਖਿਆ ਹੋਇਆ ਹੈ। ਤੁਸੀਂ ਉਹਨਾਂ ਨਾਲ ਆਪਣੀ ਫਾਈਲ ਡਿਸਕਸ ਕਰ ਸਕਦੇ ਹੋ। ਜੇ ਮੈਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ 8677812345 ਤੇ ਅਤੇ ਜਲੰਧਰ ਆ ਕੇ ਮਿਲ ਸਕਦੇ ਹੋ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵਾਰੀ US ਦਾ ਵੀਜ਼ਾ ਲੈਣ 'ਚ ਜ਼ਰੂਰ ਸਫਲ ਹੋਵੋਗੇ। ਤੁਹਾਡਾ ਇਸ ਵੀਡੀਓ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ।